ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਏਜੀ ਪੰਜਾਬੀ ਸਟੋਰੀਜ਼ ਦੇ ਵਿੱਚ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ। ਪਿੰਡ ਜਾ ਕੇ ਭੁੱਲ ਨਾ ਜਾਵੀਂ ਆਪਣੇ ਯਾਰ ਨੂੰ ਜੀਤੇ ਸਿਆਂ। ਬਹੁਤ ਚਾਅ ਚੜਿਆ ਪਿੰਡ ਜਾਣ ਦਾ, ਜਿਵੇਂ ਕੋਈ ਚੂੜੇ ਵਾਲੀ ਉਡੀਕਦੀ ਹੋਵੇ। ਵੈਸੇ ਹੋਵੇ ਵੀ ਕਿਉਂ ਨਾ, ਪਿੰਡ ਆ ਜਨਾਬ ਦਾ। ਰੋਟੀ ਰੱਖਦਾ ਹੋਇਆ ਪੀਤਾ ਬੋਲਿਆ। ਉਹ ਪੀਤੇ ਬਾਈ, ਬੇਬੇ ਬਾਪੂ ਦੇ ਗੁਜ਼ਰ ਜਾਣ ਤੋਂ ਬਾਅਦ ਜਿਵੇਂ ਹੀ ਕੰਮ ਲੱਗਾ ਤੇ ਕੰਮ ਵਿੱਚ ਇੰਨਾ ਕੁ ਉਲਝ ਗਿਆ ਕਿ ਪਤਾ ਹੀ ਨਾ ਲੱਗਿਆ ਕਿ ਵਿਆਹ ਨਾਂ ਦੀ ਵੀ ਕੋਈ ਸ਼ੈ ਹੁੰਦੀ ਹੈ। ਨਾਲੇ ਹੁਣ ਉਮਰ ਵੀ ਲੰਘ ਗਈ ਮੇਰੇ ਵਿਆਹ ਦੀ। ਕਿਹੜੇ ਕੰਜਰ ਨੇ ਦੇਣੀ ਹੈ ਬੰਨੋ ਮੈਨੂੰ, ਕਿ ਕੋਈ ਉਡੀਕਦੀ ਹੋਊ, ਇਹ ਤਾਂ ਬਹੁਤ ਦੂਰ ਦੀ ਗੱਲ ਹੈ। ਜੀਤਾ ਰੋਟੀ ਖਾਣ ਲਈ ਥਾਲ ਚੁੱਕਦਾ ਹੋਇਆ ਬੋਲਿਆ। ਕੀ ਕਮੀ ਹੈ ਮੇਰੇ ਸੋਹਣੇ ਯਾਰ 'ਚ? ਉੱਚਾ ਲੰਬਾ ਕੱਦ ਤੇ ਗੋਰਾ ਚਿੱਟਾ ਰੰਗ ਤੇ ਦੁੱਧ ਮੱਖਣਾ ਨਾਲ ਪਲਿਆ ਹੋਇਆ ਸਰੀਰ। ਜੇ ਹੁਣ ਵੀ ਕੋਈ ਦੇਖ ਲੇ, ਕੌਣ ਜਵਾਬ ਦਊ ਮੇਰੇ ਯਾਰ ਨੂੰ? ਰੋਟੀ ਚੁੱਕਦੇ ਹੋਏ ਪਿੱਤੇ ਨੇ ਕਿਹਾ। ਨਾ ਪਿੱਤੇ ਯਾਰ, ਹੁਣ ਤਾਂ ਸਭ ਸਦਰਾਂ ਮਰੀਆਂ ਹੋਈਆਂ ਜਾਪਦੀਆਂ ਨੇ। ਕੋਈ ਉਮੀਦ ਹੀ ਨਹੀਂ ਕਿ ਮੇਰੇ ਲਈ ਵੀ ਕੋਈ ਬਣਿਆ ਹੋ ਜੋ ਮੇਰੇ ਘਰ ਆਉਂਦੀ ਉਡੀਕ ਕਰ ਰਿਹਾ ਹੋਵੇ। ਨਾਲੇ ਮੇਰੇ ਹਾਣੀ ਤਾਂ ਸਭ ਵਿਆਹੇ ਗਏ, ਸਭ ਦੋ ਨਿਆਣੇ ਵੀ ਹੋ ਗਏ ਹੋਣੇ ਹੁਣ ਤੱਕ। ਮੇਰੇ ਹਿੱਸੇ ਹੁਣ ਮੱਚੀਆਂ ਬੁੱਝੀਆਂ ਰੋਟੀਆਂ ਹੀ ਲਿਖੀਆਂ ਨੇ ਜੋ ਖਾ ਰਿਹਾ ਹੈ। ਹੁਣ ਤਾਂ ਇਹ ਕਮਾਈ ਕਰਨ ਨੂੰ ਵੀ ਨਹੀਂ ਦਿਲ ਕਰਦਾ ਕਿ ਕਿਹੜੇ ਮੇਰੇ ਟੋਂਟਰੂ ਰੋ ਰਹੇ ਨੇ ਵੀ ਇਹਨਾਂ ਨੂੰ ਕੱਪੜੇ ਲਿਆ ਕੇ ਦੇਣੇ ਐ। ਨਾ ਬਾਈ, ਹਜੇ ਉਮਰ ਹੀ ਕੀ ਹੈ ਤੇਰੀ। ਮੈਨੂੰ ਪੂਰਾ ਯਕੀਨ ਆ ਵੀ ਮੇਰੇ ਯਾਰ ਲਈ ਵੀ ਕੋਈ ਵਰਤ ਰੱਖਣ ਵਾਲੀ ਆਵੇਗੀ। ਘਰ ਦੇ ਬੂਹੇ ਖੜ ਉਡੀਕਿਆ ਕਰੇਗੀ ਕਿ ਕਦੋਂ ਮੇਰਾ ਸੋਹਣਾ ਸਰਦਾਰ ਘਰ ਆਵੇਗਾ। ਸੱਚ, ਕਦੋਂ ਕੁ ਨਿਕਲਣਾ ਪਿੰਡ ਲਈ? ਪੁੱਛਦਾ ਹੋਇਆ ਪਿੱਤਾ ਬੋਲਿਆ। ਹਾਂ ਬਾਈ, ਬਸ ਘੰਟੇ ਕੁ ਤੱਕ ਨਿਕਲਣਾ ਹੈ। ਬਸ ਕੱਪੜੇ ਵਗੈਰਾ ਪਾਣੇ ਬਾਕੀ ਨੇ, ਕਹਿੰਦਾ ਹੋਇਆ ਮੰਜੇ ਤੇ ਬੈਠ ਗਿਆ ਤੇ ਮਰੇ ਹੋਏ ਬੇਬੇ ਬਾਪੂ ਦੀ ਫੋਟੋ ਚੱਕ ਕੇ ਜਿਵੇਂ ਉਹਨਾਂ ਦੀ ਦੁਨੀਆ ਵਿੱਚ ਚਲਿਆ ਗਿਆ। ਜਿਵੇਂ ਬੇਬੇ ਦੱਸ ਰਹੀ ਹੋਵੇ ਕਿ ਜੀਤੇ ਪੁੱਤ, ਮੈਂ ਮੇਰੀ ਨੂੰਹ ਲਈ ਮੇਰੀ ਸੰਦੂਕੜੀ ਵਿੱਚ ਗਹਿਣੇ ਰੱਖੇ ਨੇ ਜੋ ਤੇਰੇ ਵਿਆਹ ਵੇਲੇ ਉਹਨੂੰ ਦੇਣੇ ਨੇ। ਤੇ ਅੱਗੋਂ ਬਾਪੂ ਹੱਸਦਾ ਹੋਇਆ ਬੋਲਿਆ ਕਿ ਜੀਤੇ ਪੁੱਤ, ਮੈਂ ਤੇਰੇ ਲਈ ਲਾਲ ਰੰਗ ਦੀ ਪੱਗ ਲੈ ਕੇ ਆਇਆ ਜੋ ਵਿਆਹ ਵੇਲੇ ਬੰਨਣੀ ਆ ਤੂੰ। ਇੰਨੇ ਨੂੰ ਪੀਤੇ ਨੇ ਆਵਾਜ਼ ਲਗਾ ਦਿੱਤੀ, ਜਿਵੇਂ ਜੀਤਾ ਬਾਪੂ ਨੂੰ ਖੁਸ਼ੀ ਨਾਲ ਦੱਸ ਰਿਹਾ ਹੋਵੇ ਕਿ ਦੇਖ ਬਾਪੂ, ਹੁਣ ਤੇਰਾ ਜੀਤਾ ਇੰਨਾ ਕੁ ਕਮਾਊ ਹੋ ਗਿਆ ਕਿ ਆੜਤੀਏ ਕੋਲੋਂ ਗਹਿਣੇ ਪਈ ਆਪਣੀ ਪੈਲੀ ਆੜਤੀਏ ਕੋਲੋਂ ਛੁਡਵਾ ਲਈ ਹੈ ਤੇ ਹੁਣ ਪਿੰਡ ਜਾ ਕੇ ਖੁਦ ਖੇਤੀ ਕਰਨੀ ਹੈ ਤੇ ਤੇਰਾ ਡੱਬੀਆਂ ਵਾਲਾ ਪਰਨਾ ਬੰਨ ਕੇ ਘਰ ਖੁਦ ਮੁਖਤਿਆਰ ਕਰਨੀ ਹੈ। ਨਾਲੇ ਉਹਨਾਂ ਸਾਰੇ ਸ਼ਰੀਕਾਂ ਨੂੰ ਦੱਸਣਾ ਹੈ ਕਿ ਹਜੇ ਸਰਦਾਰ ਕਰਮ ਸਿਉਂ ਦੀ ਜੜ ਹਜੇ ਬਾਕੀ ਹੈ। ਇੰਨੇ ਪਿੱਤੇ ਨੇ ਦੁਬਾਰਾ ਆਵਾਜ਼ ਲਗਾਈ ਕਿ ਕਿਹੜੇ ਸੁਪਨਿਆਂ 'ਚ ਚਲਾ ਜਾਣਾ ਹੈ? ਤਿਆਰ ਹੋ ਜਾ, ਨਾਲੇ ਨਹਾ ਕੇ ਗੁਰਦੁਆਰਾ ਸਾਹਿਬ ਨਮਸਕਾਰ ਕਰ ਜਾਵੀਂ। ਮੇਰੇ ਵੱਲੋਂ ਵੀ ਨਮਸਕਾਰ ਕਰ ਦੇਈ ਬਾਬਾ ਜੀ ਨੂੰ ਵੀ ਮੈਨੂੰ ਵੀ ਬਹੁਤ ਦਿਨ ਹੋ ਗਏ ਗੁਰਦੁਆਰੇ ਗਿਆ ਨੂੰ। ਹੁਣ ਮੈਂ ਸਾਈਕਲ ਦੇਖ ਲੈਣਾ, ਠੀਕ ਵੀ ਚੱਲਦਾ, ਕਿਧਰੇ ਰਾਹ ਵਿੱਚ ਧੋਖਾ ਨਾ ਦੇ ਜਾਵੇ। ਲੈ ਪੀਤੇ, ਦੱਸ ਮੈਨੂੰ ਤਿਆਰ ਹੋਣ ਨੂੰ ਕੀ ਹੋਇਆ? ਤਿਆਰ ਹੋਣ ਨੂੰ ਦੱਸ ਕਿ ਮੈਂ ਮੁਕਲਾਵੇ ਜਾਣਾ। ਨਾਲੇ ਹੁਣ ਉਮਰ ਵੀ ਨਹੀਂ ਹੈ ਤਿਆਰ ਹੋਣ ਵਾਲੀ। ਐਵੇਂ ਰਾਹਾਂ ਵਿੱਚ ਲੋਕ ਮਖੌਲ ਕਰਨਗੇ, ਅਖੇ ਮੇਰੇ ਤੇ ਹੁਣੀ ਜਵਾਨੀ ਚੜੀ ਹੈ। ਨਹੀਂ ਬਾਈ, ਆ ਕਣਕ ਰੰਗੇ ਕੁੜਤੇ ਵਾਲਾ ਸੂਟ ਪਾ ਦੇਖੀ, ਫੇਰ ਤੇਰੇ ਪਿੰਡ ਦੇ ਲੋਕ ਕਿਵੇਂ ਭੱਬਾ ਭਾਰ ਹੋ ਕੇ ਦੇਖਣਗੇ ਕਿ ਕਰਮੇ ਦਾ ਮੁੰਡਾ ਕਰਮੇ ਵਰਗਾ ਹੈ ਜਮੀ। ਨਾਲੇ ਕੀ ਪਤਾ ਕੋਈ ਰਾਹ 'ਚ ਉਡੀਕ ਕਰ ਰਹੀ ਹੋਵੇ। ਪਿੱਤਾ ਕੁੜਤਾ ਫੜਾਉਂਦੇ ਹੋਇਆ ਬੋਲਿਆ। ਬਸ ਰਹਿਣ ਦਿਆ ਕਰ ਪਿੱਤਿਆ, ਆਪਾਂ ਨੂੰ ਕਿਹੜੇ ਕੰਜਰ ਨੇ ਦੇਣੀ ਹੈ ਬੰਨੋ। ਜੀਤਾ ਕੁੜਤਾ ਪਾਉਂਦਾ ਹੋਇਆ ਬੋਲਿਆ। ਨਾ ਬਾਈ, ਐਵੇਂ ਨਾ ਕਹਿ, ਕਿਧਰੇ ਰੱਬ ਸੁਣ ਹੀ ਨਾ ਲਵੇ। ਅਖੇ ਕੰਜਰਾਂ ਦਾ ਲਾਣਾ ਬਾਣਾ ਬਹੁਤ ਵੱਡਾ ਹੁੰਦਾ ਹੈ। ਲੈ ਬਾਈ, ਤੇਰਾ ਸਾਰਾ ਸਮਾਨ ਸਾਈਕਲ ਪਿੱਛੇ ਟੰਗਿਆ ਦੇਖ, ਲੈ ਕੁਛ ਰਹਿ ਨਾ ਗਿਆ ਹੋਵੇ। ਨਾਲੇ ਜਾ ਕੇ ਭੁੱਲ ਨਾ ਜਾਵੀਂ ਆਪਣੇ ਪੀਤੇ ਯਾਰ ਨੂੰ। ਨਾਲੇ ਸੱਚ, ਜੀਤੇ ਦੇ ਵਿਆਹ ਦੀ ਉਡੀਕ ਕਰੂੰਗਾ। ਪਿੱਤਾ ਬੋਲਿਆ। ਭੁੱਲਣ ਨੂੰ ਦੱਸ ਪੀਤਿਆ, ਮੇਰਾ ਹੋਰ ਹੈਗਾ ਹੀ ਕੌਣ ਹੈ ਵੀ ਤੈਨੂੰ ਭੁੱਲ ਜੂ। ਚੱਲ ਖਿਆਲ ਰੱਖੀ ਆਪਣਾ, ਚੱਲਦਾ ਹੈ ਮੈਂ। ਸਾਈਕਲ ਛੇੜਦਾ ਹੋਇਆ ਜੀਤਾ ਬੋਲਿਆ। ਜੀਤੇ ਨੇ ਰਾਹ ਵਿੱਚ ਆਉਂਦੇ ਗੁਰਦੁਆਰੇ ਸਾਹਿਬ ਵਿੱਚ ਨਮਸਕਾਰ ਕਰਨ ਤੋਂ ਬਾਅਦ ਭਾਈ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਦੁਬਾਰਾ ਸਾਈਕਲ ਛੇੜ ਲਿਆ। ਜੀਤਾ ਹਜੇ ਥੋੜੀ ਦੂਰੀ ਗਿਆ ਸੀ ਕਿ ਸਾਈਕਲ ਮੂਹਰੇ ਇੱਕਦਮ ਇੱਕ ਸੋਹਣੀ ਸੁਨੱਖੀ ਮੁਟਿਆਰ ਆ ਗਈ ਤੇ ਜੀਤੇ ਨੇ ਇੱਕਦਮ ਸਾਈਕਲ ਰੋਕ ਲਿਆ ਤੇ ਸਾਈਕਲ ਤੋਂ ਹੇਠਾਂ ਉੱਤਰ ਆਪਣਾ ਸਮਾਨ ਦੇਖਣ ਲੱਗਿਆ ਵੀ ਕਿਧਰੇ ਕੁਝ ਡਿੱਗ ਨਾ ਪਿਆ ਹੋਵੇ। ਸਾਈਕਲ ਨਾਲ ਟਕਰਾਉਣ ਤੋਂ ਬਾਅਦ ਉਸ ਮੁਟਿਆਰ ਨੇ ਜੀਤੇ ਤੋਂ ਮਾਫੀ ਮੰਗੀ ਤੇ ਆਪਣਾ ਮੂੰਹ ਲੁਕੋ ਕੇ ਇੱਕ ਪਾਸੇ ਖੜੀ ਹੋ ਗਈ। ਚਲੋ ਸ਼ੁਕਰ ਹੈ ਬਚ ਗਏ। ਤੇ ਜੀਤਾ ਉਸ ਔਰਤ ਵੱਲ ਦੇਖ ਕੇ ਸਾਈਕਲ ਛੇੜਦਾ ਹੋਇਆ ਬੋਲਿਆ। ਪਰ ਜੀਤੇ ਨੂੰ ਉਹ ਮੁਟਿਆਰ ਘਬਰਾਈ ਹੋਈ ਲੱਗ ਰਹੀ ਸੀ ਤੇ ਉਹ ਪੁੱਛਣਾ ਚਾਹੁੰਦਾ ਸੀ ਕਿ ਉਸਨੇ ਉਸਨੂੰ ਦੇਖ ਕੇ ਮੂੰਹ ਕਿਉਂ ਲੁਕੋ ਲਿਆ। ਇੰਨੇ ਨੂੰ ਉਹ ਮੁਟਿਆਰ ਹੀ ਬੋਲ ਪਈ। ਵੇ ਸਰਦਾਰਾ, ਮੈਨੂੰ ਆਪਣੇ ਨਾਲ ਲੈ ਜਾ, ਮੈਂ ਵੀ ਲਾਗਲੇ ਪਿੰਡ ਵੱਲ ਜਾਣਾ ਹੈ
ਜੀਤਾ ਇਹ ਸੁਣ ਕੇ ਘਬਰਾ ਗਿਆ ਤੇ ਬੋਲਿਆ, ਮਾਫ ਕਰਨਾ ਜੀ, ਮੈਂ ਤਾਂ ਪਿੰਡ ਦੇ ਅੱਧ ਤੀਕ ਹੀ ਜਾਣਾ ਹੈ। ਸਰਦਾਰਾ, ਮੈਂ ਸੁਣਿਆ ਸਰਦਾਰ ਕਿਸੇ ਦੀ ਗੱਲ ਨਹੀਂ ਮੋੜਦੇ। ਜਿੱਥੋਂ ਤੱਕ ਤੁਸਾਂ ਜਾਣਾ ਹੈ ਅਸਾਂ ਨੂੰ ਵੀ ਉੱਥੋਂ ਤੱਕ ਲੈ ਜਾਓ, ਰੱਬ ਭਲੀ ਕਰੂ, ਮੈਂ ਹੱਥ ਜੋੜਦੀ ਆਂ। ਜੀਤਾ ਇਹ ਸਭ ਸੁਣ ਕੇ ਰਾਜੀ ਹੋ ਗਿਆ ਤੇ ਉਸ ਮੁਟਿਆਰ ਨੂੰ ਸਾਈਕਲ ਮਗਰ ਬਿਠਾ ਲਿਆ ਤੇ ਉੱਥੋਂ ਚੱਲ ਪਿਆ। ਜੀਤਾ ਸਾਰੇ ਰਾਹ ਚੁੱਪ ਰਿਹਾ ਤੇ ਉਸ ਮੁਟਿਆਰ ਨੇ ਹੀ ਹੌਸਲਾ ਕਰਕੇ ਪੁੱਛਿਆ, ਸਰਦਾਰ ਜੀ ਤੁਸੀਂ ਕਿਹੜੇ ਪਿੰਡ ਨੂੰ ਚੱਲੇ ਹੋ? ਕੁਝ ਸਮੇਂ ਬਾਅਦ ਜੀਤਾ ਬੋਲਿਆ, ਜੀ ਮੈਂ ਲਾਗਲੇ ਪਿੰਡ ਜਾਣਾ ਹੈ। ਮੇਰੇ ਪਿੰਡ ਬਹੁਤ ਸਮੇਂ ਬਾਅਦ ਜਾ ਰਿਹਾ ਤੇ ਤੁਸੀਂ ਕਿਹਦੇ ਘਰੋਂ ਹੋ ਜੀ? ਇਹ ਸੁਣ ਕੇ ਮੁਟਿਆਰ ਚੁੱਪ ਰਹੀ ਤੇ ਕੁਝ ਸਮੇਂ ਬਾਅਦ ਬੋਲੀ ਕਿ ਤੁਸੀਂ ਤਾਂ ਕਿਹਾ ਸੀ ਵੀ ਮੈਂ ਤਾਂ ਪਿੰਡ ਦੇ ਅੱਧ ਤੱਕ ਹੀ ਜਾਣਾ ਹੈ ਜੀ। ਮੈਂ ਡਰ ਗਿਆ ਸੀ ਵੀ ਪਿੰਡ ਦੇ ਲੋਕ ਕੀ ਕਹਿਣਗੇ ਵੀ ਜੀਤਾ ਪਤਾ ਨਹੀਂ ਕਿਸ ਨੂੰ ਮਗਰ ਬਿਠਾਈ ਫਿਰਦਾ ਹੈ, ਪਰ ਤੁਸੀਂ ਨਹੀਂ ਦੱਸਿਆ ਕਿ ਕਿਹੜੇ ਘਰੇ ਜਾਣਾ ਹੈ, ਨਾਲੇ ਤੁਸੀਂ ਐਵੇਂ ਆਪਣਾ ਮੂੰਹ ਕਿਉਂ ਲੁਕੋਇਆ ਹੈ? ਕੁਝ ਸਮੇਂ ਬਾਅਦ ਮੁਟਿਆਰ ਬੋਲੀ ਤੇ ਕਹਿਣ ਲੱਗੀ ਕਿ ਮੇਰੇ ਲਾਗਲੇ ਪਿੰਡ ਕੋਈ ਨਹੀਂ ਹੈ, ਨਾ ਹੀ ਮੇਰਾ ਕੋਈ ਘਰ ਪਤਾ ਹੈ। ਮੈਂ ਤਾਂ ਸ਼ਹਿਰ ਵੇਸ਼ਵਾ ਦੇ ਕੋਠੇ ਵਿੱਚ ਕੰਮ ਕਰਦੀ ਸੀ ਤੇ ਆਪਣਾ ਗੁਜ਼ਾਰਾ ਕਰਦੀ ਸੀ, ਪਰ ਉੱਥੇ ਅਜਿਹਾ ਜੰਗਲ ਰਾਜ ਸੀ ਕਿ ਬਾਪ ਦੀ ਉਮਰ ਦੇ ਲੋਕ ਵੀ ਆਪਣੇ ਹਵਸ ਦੀ ਭੁੱਖ ਲਈ ਹਰ ਗੰਦੀ ਹਰਕਤ ਕਰਦੇ ਤੇ ਹੁਣ ਮੈਂ ਇਹ ਸਭ ਤੋਂ ਪਰੇਸ਼ਾਨ ਹੋ ਕੇ ਉੱਥੋਂ ਭੱਜ ਆਈ ਤੇ ਇਸ ਕਰਕੇ ਮੈਂ ਆਪਣਾ ਮੂੰਹ ਲੁਕੋਇਆ ਹੈ ਕਿ ਮੈਨੂੰ ਕੋਈ ਪਛਾਣ ਨਾ ਸਕੇ ਤੇ ਉਸ ਖੁਦਾ ਅੱਗੇ ਅਰਦਾਸ ਕਰਕੇ ਉੱਥੋਂ ਭੱਜ ਆਈ। ਇਹ ਸਭ ਸੁਣ ਕੇ ਜੀਤਾ ਸਹਿਮ ਗਿਆ ਤੇ ਸਾਈਕਲ ਰੋਕ ਲਿਆ, ਜਿਵੇਂ ਉਸ ਮੁਟਿਆਰ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਠਰ ਗਿਆ ਹੋਵੇ। ਹੁਣ ਉਹ ਤੋਂ ਸਾਈਕਲ ਹੋਰ ਅੱਗੇ ਨਹੀਂ ਚੱਲ ਰਿਹਾ ਸੀ ਤੇ ਪੁੱਛਣ ਲੱਗਾ ਕਿ ਹੁਣ ਤੁਸੀਂ ਕਿੱਧਰ ਜਾਓਗੇ? ਪਿੰਡ ਪਹੁੰਚਣ ਤੱਕ ਤੇ ਰਾਤ ਹੋ ਜਾਵੇਗੀ। ਮੁਟਿਆਰ ਇਹ ਸਭ ਸੁਣ ਕੇ ਚੁੱਪ ਰਹੀ। ਜੀਤੇ ਨੇ ਪਿੰਡ ਦੀ ਫਿਰਨੀ ਤੇ ਸਾਈਕਲ ਰੋਕ ਲਿਆ ਤੇ ਉਸ ਮੁਟਿਆਰ ਨੂੰ ਕਿਹਾ ਕਿ ਜੀ ਮੇਰਾ ਪਿੰਡ ਆ ਗਿਆ ਹੈ। ਇਹ ਸੁਣ ਕੇ ਮੁਟਿਆਰ ਸਾਈਕਲ ਤੋਂ ਉਤਰ ਗਈ ਤੇ ਲਾਗੇ ਹੀ ਖਲੋ ਗਈ, ਜਿਵੇਂ ਉਡੀਕ ਕਰ ਰਹੀ ਹੋਵੇ ਕਿ ਜੇ ਮੈਨੂੰ ਜੀਤਾ ਆਪਣੇ ਨਾਲ ਜਾਣ ਲਈ ਕਹੇ। ਸ਼ੁਕਰੀਆ ਸਰਦਾਰ ਜੀ, ਤੁਸੀਂ ਮੇਰੀ ਮਦਦ ਕੀਤੀ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤੇਰੇ ਬਾਲ ਬੱਚੇ ਖੁਸ਼ ਰਹਿਣ। ਰੱਬ ਤੈਨੂੰ ਭਾਗ ਲਾਵੇ। ਇਹ ਕਹਿ ਕੇ ਉਹ ਉੱਥੋਂ ਤੁਰਨ ਲੱਗੀ। ਜੀ ਤੁਸੀਂ ਇੰਨੀ ਰਾਤ ਨੂੰ ਕਿੱਧਰ ਜਾਓਗੇ? ਜੀਤਾ ਇੱਕਦਮ ਬੋਲਿਆ, ਪਤਾ ਨਹੀਂ ਜੀ, ਤੁਸੀਂ ਫਿਕਰ ਨਾ ਕਰੋ। ਮੈਨੂੰ ਤਾਂ ਹੁਣ ਆਦਤ ਪੈ ਗਈ ਹੈ ਧੱਕੇ ਖਾਣ ਦੀ। ਜਿੱਥੇ ਨੀਂਦ ਆਈ ਰਾਤ ਕੱਟ ਲਵਾਂਗੀ, ਕਿਸੇ ਧਰਮਸ਼ਾਲਾ ਜਾਂ ਗੁਰਦੁਆਰੇ ਵਿੱਚ। ਜਿਵੇਂ ਜੀਤੇ ਦਾ ਜ਼ਮੀਰ ਨਹੀਂ ਮੰਨ ਰਿਹਾ ਸੀ ਵੀ ਉਹ ਇੰਨੀ ਰਾਤ ਨੂੰ ਉਸ ਮੁਟਿਆਰ ਨੂੰ ਕਿਧਰੇ ਜਾਣ ਲਈ ਕਹੇ। ਜੀ ਤੁਸੀਂ ਸਵੇਰੇ ਚਲੇ ਜਾਣਾ, ਰਾਤ ਨੂੰ ਜਾਣ ਦਾ ਖਤਰਾ ਨਾ ਉਠਾਓ, ਤੁਸੀਂ ਮੇਰੇ ਘਰ ਚੱਲੋ। ਜੀਤਾ ਬੋਲਿਆ, ਸਰਦਾਰ ਜੀ ਤੁਹਾਡਾ ਨਾਂ ਕੀ ਹੈ? ਮੁਟਿਆਰ ਨੇ ਪੁੱਛਿਆ। ਹਾਂਜੀ, ਮੇਰਾ ਨਾਮ ਜੀਤ ਸਿੰਘ ਹੈ ਤੇ ਸਾਰੇ ਮੈਨੂੰ ਜੀਤਾ ਕਹਿੰਦੇ ਨੇ। ਤੇ ਤੁਹਾਡਾ ਕੀ ਨਾਮ ਹੈ? ਜੀਤੇ ਨੇ ਆਪਣਾ ਨਾਂ ਦੱਸ ਕੇ ਪੁੱਛਿਆ। ਜੀ ਮੇਰਾ ਨਾਮ ਰਾਣੋ ਹੈ। ਬਹੁਤ ਵਧੀਆ ਨਾਂ ਹੈ ਜੀ। ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਤੇ ਰਾਤ ਕੱਢ ਕੇ ਸਵੇਰੇ ਸਾਜਰੇ ਚਲੇ ਜਾਣਾ। ਇਹ ਸੁਣ ਕੇ ਰਾਣੋ ਜੀਤੇ ਨਾਲ ਤੁਰ ਪਈ ਤੇ ਜੀਤੇ ਦਾ ਧੰਨਵਾਦ ਕਰਨ ਲੱਗੀ। ਲਓ ਜੀ, ਆਪਣਾ ਘਰ ਆ ਗਿਆ। ਜੀਤੇ ਨੇ ਬੂਹਾ ਖੋਲਿਆ ਤੇ ਦੇਖਿਆ ਵਿਹੜੇ ਵਿੱਚ ਕੂੜਾ ਖਿਲਰਿਆ ਤੇ ਘਾਹ ਉੱਗਿਆ ਹੋਇਆ ਸੀ। ਹਨੇਰਾ ਹੀ ਹਨੇਰਾ ਸੀ। ਜਦੋਂ ਜੀਤੇ ਨੇ ਕਮਰੇ ਦਾ ਬੂਹਾ ਖੋਲਿਆ ਤੇ ਲੱਗਿਆ ਜਿਵੇਂ ਬੇਬੇ ਤੇ ਬਾਪੂ ਨੇ ਬੁੱਕਲ ਵਿੱਚ ਲੈ ਲਿਆ ਹੋਵੇ। ਜੀਤਾ ਬੂਹੇ ਕੋਲ ਖੜਾ ਜਿਵੇਂ ਖੋ ਹੀ ਗਿਆ ਹੋਵੇ। ਥੋੜੇ ਸਮੇਂ ਬਾਅਦ ਰਾਣੋ ਬੋਲੀ, ਜੀ ਅੰਦਰ ਚੱਲੋ। ਤੇ ਜੀਤਾ ਅੰਦਰ ਚਲਾ ਗਿਆ। ਜੀ ਤੁਸੀਂ ਮੰਜੇ ਤੇ ਬੈਠੋ, ਮੈਂ ਰੋਟੀ ਦਾਲ ਦਾ ਹਿੱਲਾ ਕਰਦਾ ਹੈ। ਇਹ ਕਹਿ ਕੇ ਜੀਤਾ ਦੁਕਾਨ ਵੱਲ ਚੱਲਿਆ ਗਿਆ। ਰਾਣੋ ਨੇ ਚੁੱਲ੍ਹਾ ਸਾਫ਼ ਕੀਤਾ ਤੇ ਸੋਚ ਰਹੀ ਸੀ ਕਿ ਅੱਜ ਮੈਨੂੰ ਡਰ ਕਿਉਂ ਨਹੀਂ ਲੱਗ ਰਿਹਾ ਤੇ ਕਿਉਂ ਨਹੀਂ ਲੱਗ ਰਿਹਾ ਕਿ ਦੁਨੀਆ ਆਦਮ ਖਾਣੀ ਹੈ। ਕਿਉਂ ਨਹੀਂ ਮੈਨੂੰ ਐਵੇਂ ਦਾ ਪਹਿਲਾਂ ਕੋਈ ਮਿਲਿਆ। ਇੰਨੇ ਨੂੰ ਜੀਤਾ ਆ ਗਿਆ ਤੇ ਚੁੱਲ੍ਹੇ ਦਾ ਸਾਰਾ ਸਮਾਨ ਤੇ ਰੋਟੀ ਪਕਾਉਣ ਲਈ ਆਟਾ ਤੇ ਖਾਣ ਲਈ ਅਚਾਰ ਲਿਆ ਕੇ ਰਾਣੋ ਨੂੰ ਫੜਾ ਦਿੱਤਾ ਤੇ ਚੁੱਲ੍ਹੇ ਤੇ ਦੀਵਾ ਜਗਾ ਦਿੱਤਾ। ਲਿਆਓ ਜੀ, ਮੈਂ ਰੋਟੀ ਬਣਾ ਦਿੰਨੀ ਆ, ਤੁਸੀਂ ਆਪਣਾ ਸਮਾਨ ਠੀਕ ਕਰਕੇ ਰੱਖ ਦਵੋ। ਤੇ ਰਾਣੋ ਚੁੱਲ੍ਹੇ ਅੱਗੇ ਕੋਲ ਬੈਠ ਗਈ ਤੇ ਪਾਣੀ ਲਿਆਉਣ ਲਈ ਕਿਹਾ। ਜੀਤਾ ਨਾਲ ਦੇ ਘਰੋਂ ਪਾਣੀ ਦੀ ਬਾਲਟੀ ਭਰ ਲਿਆਇਆ। ਬਾਲਟੀ ਰੱਖ ਕੇ ਅੰਦਰ ਚਲਾ ਗਿਆ ਤੇ ਬੇਬੇ ਬਾਪੂ ਦੀ ਫੋਟੋ ਕੱਢ ਕੇ ਫੋਟੋ ਅੱਗੇ ਦੀਵਾ ਜਗਾ ਦਿੱਤਾ ਤੇ ਦੱਸਣ ਲੱਗਾ ਵੀ ਹੁਣ ਮੈਂ ਆਪਣੇ ਘਰ ਰਹਿਣਾ ਤੇ ਖੇਤੀ ਕਰਕੇ ਗੁਜ਼ਾਰਾ ਕਰਨਾ ਹੈ। ਇੰਨੇ ਨੂੰ ਰੋਟੀ ਬਣ ਗਈ ਤੇ ਰਾਣੋ ਨੇ ਰੋਟੀ ਖਾਣ ਲਈ ਜੀਤੇ ਅੱਗੇ ਰੱਖ ਦਿੱਤੀ ਤੇ ਆਪ ਵੀ ਖਾਣ ਲੱਗ ਪਈ। ਦੋਨਾਂ ਨੇ ਰੋਟੀ ਖਾ ਲਈ ਤੇ ਜੀਤੇ ਨੇ ਦੂਜੇ ਕਮਰੇ ਦਾ ਬੂਹਾ ਖੋਲਿਆ ਤੇ ਸੌਣ ਲਈ ਬਿਸਤਰਾ ਚੁੱਕ ਕੇ ਰਾਣੋ ਨੂੰ ਕਿਹਾ, ਤੁਸੀਂ ਇਸ ਕਮਰੇ ਵਿੱਚ ਸੋ ਜਾਣਾ। ਰਾਣੋ ਜੀਤੇ ਬਾਰੇ ਸੋਚਦੀ ਰਹੀ ਕਿ ਐਵੇਂ ਦੇ ਲੋਕ ਵੀ ਇਸ ਧਰਤੀ ਦੇ ਪਏ ਨੇ। ਰਾਣੋ ਵੀ ਰੱਬ ਦਾ ਸ਼ੁਕਰ ਕਰਦੀ ਹੋਈ ਸੋ ਗਈ ਤੇ ਅੱਧੀ ਕੁ ਰਾਤ ਰਾਣੋ ਨੂੰ ਅਜੀਬ ਜੀ ਆਵਾਜ਼ ਸੁਣਨ ਲੱਗੀ, ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਧੀਏ ਆ ਗਈ ਤੂੰ, ਮੈਨੂੰ ਤਾਂ ਤੇਰੀ ਹੀ ਉਡੀਕ ਸੀ। ਚੱਲ ਕੁਝ ਚਿਰ ਪਿੱਛੋਂ ਹੀ, ਪਰ ਆ ਤੇ ਗਈ।
ਰਾਣੋ ਆਵਾਜ਼ ਸੁਣ ਕੇ ਘਬਰਾ ਗਈ ਤੇ ਮੰਜੇ ਤੇ ਬੈਠ ਗਈ ਤੇ ਦੇਖਿਆ ਤੇ ਲੱਗਿਆ ਜਿਵੇਂ ਜੀਤੇ ਦੀ ਮਾਤਾ ਹੋਵੇ, ਪਰ ਉਹ ਤਾਂ ਇਹ ਦੁਨੀਆ ਨੂੰ ਕਈ ਸਾਲ ਪਹਿਲਾਂ ਅਲਵਿਦਾ ਕਹਿ ਗਏ ਸੀ। ਕੀ ਦੇਖ ਰਹੀ ਆ ਪੁੱਤ? ਮੈਂ ਤਾਂ ਜੀਤੇ ਦੀ ਬੇਬੇ ਆ। ਬਹੁਤ ਉਡੀਕ ਕੀਤੀ ਆ ਕਿ ਕਦੋਂ ਜੀਤਾ ਆਵੇ ਤੇ ਆਪਣੇ ਨਾਲ ਇਸ ਘਰ ਦੀ ਨਵੀਂ ਲਾਣੇਦਾਰਨੀ ਲੈ ਕੇ ਆਵੇ। ਮੈਨੂੰ ਤਾਂ ਬਹੁਤ ਸੋਹਣੀ ਲੱਗ ਰਹੀ ਹੈ ਤੂੰ। ਮੈਂ ਤਾਂ ਤੇਰੇ ਲਈ ਲਾਲ ਰੰਗ ਦਾ ਸੂਟ ਤੇ ਫੁਲਕਾਰੀ ਵੀ ਲੈ ਕੇ ਰੱਖੇ ਆ ਤੂੰ ਆ ਮੇਰੇ ਨਾਲ। ਦੇਖ ਮੇਰੀ ਸੰਦੂਕੜੀ ਖੋਲ। ਜੀਤੇ ਦੀ ਬੇਬੇ ਨੇ ਰਾਣੋ ਨੂੰ ਸੰਦੂਕੜੀ ਖੋਲਣ ਲਈ ਕਿਹਾ। ਰਾਣੋ ਨੇ ਉੱਠ ਕੇ ਸੰਦੂਕੜੀ ਖੋਲੀ ਤੇ ਸੂਟ ਤੇ ਫੁਲਕਾਰੀ ਦੇਖ ਕੇ ਹੈਰਾਨ ਹੋ ਗਈ। ਬੇਬੇ ਜੀ, ਮੈਨੂੰ ਮਾफ़ ਕਰ ਦਿਓ, ਮੈਂ ਇਸ ਦੇ ਬਿਲਕੁਲ ਵੀ ਲਾਇਕ ਨਹੀਂ ਆ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੇਰਾ ਪਿੰਡ ਪੱਤਨ ਕੀ ਹੈ। ਮੈਂ ਤਾਂ ਆਪਣੀ ਇੱਜ਼ਤ ਕਦੋਂ ਦੀ ਗਵਾ ਆਈ ਹਾਂ। ਮੈਂ ਤਾਂ ਉਦੋਂ ਸੁਰਤ ਹੀ ਨਹੀਂ ਸੰਭਾਲੀ ਸੀ ਜਦੋਂ ਮੈਨੂੰ ਕਿਸੇ ਨੇ ਵੇਸ਼ਵਾ ਦੇ ਕੋਠੇ ਤੇ ਵੇਚ ਦਿੱਤਾ ਸੀ ਤੇ ਹੁਣ ਮੈਨੂੰ ਜਾਪਦਾ ਸੀ ਕਿ ਮੇਰੀ ਪਲ ਪਲ ਮੌਤ ਹੋ ਰਹੀ ਹੋਵੇ ਤੇ ਮੈਂ ਉੱਥੋਂ ਭੱਜ ਆਈ ਤੇ ਰਾਹ ਵਿੱਚ ਮੈਨੂੰ ਤੇਰਾ ਜੀਤਾ ਮਿਲਿਆ ਤੇ ਬੜੇ ਸਤਿਕਾਰ ਨਾਲ ਮੈਨੂੰ ਨਾਲ ਲੈ ਆਇਆ। ਨਾ ਧੀਏ, ਜੋ ਹੋ ਗਿਆ ਉਹਨੂੰ ਭੁੱਲ ਜਾ। ਇਹ ਤਾਂ ਕਿਸਮਤ ਦੀਆਂ ਖੇਡਾਂ ਨੇ। ਹੁਣ ਤੂੰ ਇੱਥੇ ਹੀ ਰਹਿ। ਜਿਵੇਂ ਤੇਰਾ ਇਸ ਦੁਨੀਆ ਵਿੱਚ ਕੋਈ ਨਹੀਂ, ਉਵੇਂ ਹੀ ਮੇਰਾ ਜੀਤਾ ਪੁੱਤ ਵੀ ਇਕੱਲਾ ਹੈ ਇਸ ਦੁਨੀਆ ਵਿੱਚ। ਨਾਲੇ ਮੈਂ ਦੇਖਿਆ ਉਹ ਆਪਣੀ ਖੁਸ਼ੀ ਨਾਲ ਤੈਨੂੰ ਲੈ ਕੇ ਆਇਆ ਇੱਥੇ। ਪਰ ਬੇਬੇ, ਇਹ ਦੁਨੀਆ ਨੇ ਮੈਨੂੰ ਕਬੂਲ ਨਹੀਂ ਕਰਨਾ। ਇਹਨਾਂ ਤਾਂ ਜੀਤੇ ਨੂੰ ਵੀ ਬਦਨਾਮ ਕਰ ਦੇਣਾ ਮੈਨੂੰ ਦੇਖ ਕੇ। ਧੀਏ, ਦੁਨੀਆ ਦਾ ਤਾਂ ਦਸਤੂਰ ਹੈ ਹਰ ਘਰ 'ਚ ਅੱਗ ਲਗਾ ਦੇਣਾ। ਮੈਂ ਤਾਂ ਚਾਹੁੰਦੀ ਹਾਂ ਕਿ ਤੂੰ ਮੇਰੇ ਪੁੱਤ ਜੀਤੇ ਨਾਲ ਵਿਆਹ ਕਰਵਾ ਲੈ ਤੇ ਹੋਰ ਕਿੰਨਾ ਕੁ ਇਸ ਫੁੱਲਾਂ ਵਰਗੀ ਦੇਹ ਨੂੰ ਹੋਰ ਦੁੱਖ ਦੇਵੇਂਗੀ। ਇੰਨੇ ਨੂੰ ਬਾਹਰੋਂ ਆਵਾਜ਼ ਆਈ, ਜਿਵੇਂ ਜੀਤਾ ਵਿਹੜੇ ਵਿੱਚ ਭੱਜਿਆ ਫਿਰਦਾ ਹੋਵੇ ਤੇ ਕਹਿ ਰਿਹਾ ਸੀ, ਮੈਡਮ ਨੇ ਚੁੱਲ੍ਹਾ ਵੀ ਨਹੀਂ ਢੱਕਿਆ, ਸਵੇਰੇ ਚਾਹ ਵੀ ਕਰਨੀ ਹੈ। ਮੀਂਹ ਆ ਗਿਆ, ਹੁਣ ਭਿੱਜ ਜਾਣਾ ਹੈ ਸਾਰਾ। ਜੀਤਾ ਮੀਂਹ ਦੇਖ ਕੇ ਵਾਪਸ ਅੰਦਰ ਹੀ ਵੜ ਗਿਆ, ਪਰ ਚੁੱਲ੍ਹਾ ਢੱਕਣ ਲਈ ਰਾਣੋ ਬਾਹਰ ਚਲੀ ਗਈ। ਮੀਂਹ ਬਹੁਤ ਤੇਜ਼ ਸੀ ਤੇ ਰਾਣੋ ਨੇ ਚੁੱਲ੍ਹਾ ਤਾਂ ਢੱਕ ਦਿੱਤਾ, ਪਰ ਆਪ ਪੂਰੀ ਤਰ੍ਹਾਂ ਮੀਂਹ 'ਚ ਭਿੱਜ ਗਈ। ਅੰਦਰ ਆਈ ਤਾਂ ਬੇਬੇ ਨੇ ਰਾਣੋ ਨੂੰ ਕਿਹਾ ਕਿ ਸੰਦੂਕੜੀ ਖੋਲ, ਮੇਰੇ ਪੁਰਾਣੇ ਲੀੜੇ ਪਾ ਲੈ, ਨਹੀਂ ਤਾਂ ਬਿਮਾਰ ਹੋ ਜਾਏਗੀ। ਸਾਂਭੇ ਪਏ ਨੇ ਬਹੁਤ ਸਮੇਂ ਦੇ। ਰਾਣੋ ਨੇ ਸੰਦੂਕੜੀ ਖੋਲ ਕੇ ਬੇਬੇ ਦੇ ਪੁਰਾਣੇ ਲੀੜੇ ਪਾ ਲਏ ਤੇ ਭਿੱਜਣ ਕਾਰਨ ਬੁਰੀ ਤਰ੍ਹਾਂ ਕੰਬ ਰਹੀ ਸੀ। ਲੈ ਧੀਏ, ਕੰਬਲ 'ਚ ਲੁਕ ਕੇ ਸੋ ਜਾ। ਜੀ ਬੇਬੇ, ਤੇ ਕੰਬਲ ਲੈ ਕੇ ਸੋ ਗਈ ਤੇ ਕੰਬਣੀ ਬਹੁਤ ਚੜ ਰਹੀ ਸੀ ਤੇ ਲੱਗ ਰਿਹਾ ਸੀ ਜਿਵੇਂ ਬੁਖਾਰ ਹੋ ਗਿਆ ਹੋਵੇ। ਸਵੇਰ ਹੋ ਗਈ ਪਰ ਰਾਣੋ ਨੂੰ ਕੰਬਣੀ ਹਜੇ ਵੀ ਚੜ ਰਹੀ ਸੀ ਤੇ ਬਹੁਤ ਤੇਜ਼ ਬੁਖਾਰ ਵੀ ਹੋ ਗਿਆ ਸੀ। ਰਾਣੋ ਦਾ ਬੁਖਾਰ ਨਾਲ ਬੁਰਾ ਹਾਲ ਹੋ ਗਿਆ ਸੀ ਤੇ ਉੱਤੋਂ ਦੀ ਸਾਰੀ ਰਾਤ ਲੰਘ ਗਈ ਸੀ ਕੰਬਦੀ ਦੀ। ਸਵੇਰ ਹੋ ਗਈ ਸੀ ਪਰ ਉਸਨੂੰ ਪਤਾ ਹੀ ਨਹੀਂ ਸੀ ਕਿ ਸਵੇਰ ਹੋ ਗਈ, ਜਿਵੇਂ ਉਸਨੂੰ ਕੋਈ ਸੁਰਤ ਹੀ ਨਹੀਂ ਸੀ। ਜੀਤਾ ਉੱਠ ਕੇ ਰਾਣੋ ਦੇ ਕਮਰੇ ਵਿੱਚ ਆ ਗਿਆ ਤੇ ਆ ਕੇ ਬੇਬੇ ਬਾਪੂ ਦੀ ਫੋਟੋ ਅੱਗੇ ਦੀਵਾ ਜਗਾ ਦਿੱਤਾ ਤੇ ਫਿਰ ਬਾਹਰ ਆ ਕੇ ਚੁੱਲ੍ਹਾ ਦੇਖਿਆ ਤਾਂ ਚੁੱਲ੍ਹਾ ਢਕਿਆ ਹੋਇਆ ਸੀ ਤੇ ਚੁੱਲ੍ਹਾ ਦੇਖ ਕੇ ਚਾਹ ਰੱਖਣ ਲਈ ਅੰਦਰੋਂ ਪਤੀਲਾ ਲੈਣ ਗਿਆ ਤੇ ਦੇਖਿਆ ਰਾਣੋ ਠੰਡ ਦੇ ਮਾਰੇ ਬੁਰੀ ਤਰ੍ਹਾਂ ਕੰਬ ਰਹੀ ਸੀ। ਰਾਣੋ ਕੀ ਹੋਇਆ? ਕੋਈ ਆਵਾਜ਼ ਨਹੀਂ ਆਈ, ਜਿਵੇਂ ਰਾਣੋ ਨੂੰ ਕੁਝ ਸੁਣ ਹੀ ਨਾ ਰਿਹਾ ਹੋਵੇ। ਜੀਤੇ ਨੇ ਰਾਣੋ ਉੱਤੋਂ ਕੰਬਲ ਉਤਾਰਿਆ ਤਾਂ ਦੇਖ ਕੇ ਘਬਰਾ ਗਿਆ। ਰਾਣੋ ਦਾ ਗੋਰਾ ਰੰਗ ਤਾਪ ਕਾਰਨ ਲਾਲ ਹੋਇਆ ਪਿਆ ਸੀ। ਮੂੰਹ ਦੀ ਮਾਸੂਮੀਅਤ ਤੇ ਅੱਖਾਂ ਵਿੱਚੋਂ ਪਾਣੀ ਆ ਰਿਹਾ ਸੀ। ਜੀਤਾ ਰਾਣੋ ਨੂੰ ਦੇਖ ਕੇ ਘਬਰਾ ਗਿਆ ਤੇ ਤੜਪ ਉੱਠਿਆ ਕਿ ਉਸਨੂੰ ਕੀ ਲੋੜ ਸੀ ਮੀਂਹ ਵਿੱਚ ਬਾਹਰ ਜਾਣ ਦੀ। ਜੀਤੇ ਨੇ ਰਾਣੋ ਦੇ ਮੱਥੇ ਤੇ ਹੱਥ ਰੱਖਿਆ ਤਾਂ ਲੱਗ ਰਿਹਾ ਸੀ ਕਿ ਜਿਵੇਂ ਰਾਣੋ ਅੰਦਰ ਅੱਗ ਬਲ ਰਹੀ ਹੋਵੇ। ਇੰਨਾ ਜ਼ਿਆਦਾ ਬੁਖਾਰ ਸੀ। ਜੀਤੇ ਨੇ ਬਿਨਾਂ ਕਿਸੇ ਦੇਰੀ ਤੋਂ ਚੁੱਲ੍ਹੇ ਤੇ ਚਾਹ ਰੱਖ ਦਿੱਤੀ ਤੇ ਦੁੱਧ ਲੈਣ ਚਲਾ ਗਿਆ। ਆਉਂਦੇ ਨੂੰ ਚਾਹ ਬਣ ਗਈ ਤੇ ਰਾਣੋ ਲਈ ਬਾਟੀ ਵਿੱਚ ਪਾ ਲੈ ਗਿਆ। ਬੁਖਾਰ ਕਾਰਨ ਰਾਣੋ ਤੋਂ ਉੱਠਿਆ ਨਾ ਗਿਆ ਤਾਂ ਜੀਤੇ ਨੇ ਰਾਣੋ ਨੂੰ ਆਪਣੇ ਹੱਥਾਂ ਨਾਲ ਉਠਾ ਦਿੱਤਾ ਤੇ ਇੱਕ ਹੱਥ ਨਾਲ ਚਾਹ ਵਾਲੀ ਬਾਟੀ ਰਾਣੋ ਦੇ ਮੂੰਹ ਉੱਤੇ ਲਗਾ ਦਿੱਤੀ ਤੇ ਰਾਣੋ ਨੇ ਚਾਹ ਪੀ ਲਈ ਤੇ ਪੁੱਛਣ ਲੱਗਿਆ ਕਿ ਕੀ ਲੋੜ ਸੀ ਮੀਂਹ ਵਿੱਚ ਬਾਹਰ ਜਾਣ ਦੀ। ਪਰ ਰਾਣੋ ਕੰਬਦੀ ਹੋਈ ਕੁਝ ਕਹਿ ਵੀ ਨਾ ਸਕੀ। ਚੱਲ ਇੰਨੇ ਆਰਾਮ ਕਰ, ਮੈਂ ਹਕੀਮ ਤੋਂ ਦਵਾ ਲੈ ਕੇ ਆਉਣਾ, ਕਹਿ ਕੇ ਜੀਤਾ ਪਿੰਡ ਵੱਲ ਚਲਾ ਗਿਆ। ਰਾਣੋ ਨੂੰ ਥੋੜੀ ਸੁਰਤ ਆ ਗਈ, ਜਿਵੇਂ ਚਾਹ ਨੇ ਕੰਬਣੀ ਉਤਾਰ ਦਿੱਤੀ ਹੋਵੇ ਤੇ ਇੰਨੇ ਨੂੰ ਫੇਰ ਆਵਾਜ਼ ਆਈ, ਨੀ ਧੀਏ, ਕੀ ਲੋੜ ਸੀ ਬਾਹਰ ਜਾਣ ਦੀ? ਹੋ ਗਈ ਨਾ ਬਿਮਾਰ? ਰਾਣੋ ਸੁਣ ਕੇ ਮੁਸ਼ਕਿਲ ਨਾਲ ਉੱਠ ਖੜੀ ਹੋਈ ਤੇ ਕਹਿਣ ਲੱਗੀ, ਕੋਈ ਨਾ ਬੇਬੇ ਜੀ, ਬੁਖਾਰ ਹੀ ਹੈ, ਠੀਕ ਹੋ ਜੂ। ਧੀਏ, ਮੈਂ ਤਾਂ ਤੈਨੂੰ ਦੱਸਣ ਆਈ ਸੀ ਕਿ ਆਪਣੇ ਘਰ ਤੋਂ ਸੱਜੇ ਪਾਸੇ 7 ਘਰ ਛੱਡ ਕੇ ਪਾਲੋ ਦਾ ਘਰ ਹੈ। ਉਹ ਮੇਰੀ ਭੈਣ ਵਰਗੀ ਹੈ, ਉਹ ਵੀ ਕਿਸਮਤ ਦੀ ਮਾਰੀ ਕੱਲੀ ਹੈ। ਜੀਤੇ ਨੂੰ ਕਹਿ ਦੇਈਂ ਕਿ ਪਾਲੋ ਨੂੰ ਬੁਲਾ ਲਿਆਵੇ ਕੰਮ ਕਰਨ ਲਈ ਜਦੋਂ ਤੱਕ ਤੂੰ ਠੀਕ ਨਹੀਂ ਹੁੰਦੀ। ਇੰਨੇ ਨੂੰ ਬੂਹਾ ਖੜਕਦਾ ਹੈ ਤਾਂ ਜੀਤਾ ਦਵਾ ਲੈ ਕੇ ਆ ਗਿਆ।
ਲੈ ਮੈਡਮ ਤੋਂ ਆਰਾਮ ਨਹੀਂ ਹੁੰਦਾ, ਮੌਜਾਂ ਨਾਲ ਬੈਠੀ ਐ। ਲੈ ਆ ਦਵਾਈ ਲੈ ਲਵੀਂ, ਮੈਂ ਤੇਰੇ ਲਈ ਖਿਚੜੀ ਬਣਾਉਣ ਲਈ ਚਾਵਲ ਲੈ ਆਵਾਂ। ਜੀਤਾ ਮੰਜੇ ਦੇ ਸਰਾਣੇ ਦਵਾ ਰੱਖਣ ਲੱਗਾ। ਇੰਨੇ ਨੂੰ ਰਾਣੋ ਨੇ ਜੀਤੇ ਦੀ ਬਾਹ ਫੜ ਲਈ ਤੇ ਫਿਰ ਡਰ ਕੇ ਜੀਤੇ ਦੀ ਬਾਹ ਛੱਡ ਦਿੱਤੀ। ਕੀ ਹੋਇਆ ਰਾਣੋ, ਕੋਈ ਗੱਲ ਹੈ ਤਾਂ ਦੱਸ ਦੇ, ਰਾਣੋ ਨੇ ਕਿਹਾ ਕਿ ਬੇਬੇ ਆਈ ਸੀ। ਜੀਤਾ ਹੱਸਦਾ ਹੋਇਆ, ਲੈ ਬੇਬੇ ਤਾਂ ਮੈਨੂੰ ਕਦੋਂ ਦੀ ਛੱਡ ਗਈ ਐ, ਉਦੋਂ ਤਾਂ ਮੈਨੂੰ ਹਜੇ ਜਵਾਨੀ ਚੜੀ ਸੀ। ਨਹੀਂ ਬੇਬੇ ਆਈ ਸੀ, ਰਾਣੋ ਨੇ ਫੇਰ ਕਿਹਾ। ਤੈਨੂੰ ਸੁਪਨਾ ਆਇਆ ਹੋਣਾ, ਹੁਣ ਸੋ ਜਾ, ਰਾਤ ਤੈਨੂੰ ਨੀਂਦ ਨਹੀਂ ਆਈ ਚੰਗੀ ਤਰ੍ਹਾਂ, ਜੀਤਾ ਬੋਲਿਆ। ਰਾਣੋ ਗੁੱਸੇ ਨਾਲ, ਤੁਹਾਨੂੰ ਸੁਣ ਨਹੀਂ ਰਿਹਾ, ਮੈਂ ਪਾਗਲ ਹਾਂ ਜੋ ਕਹਿ ਰਹੀ ਹਾਂ ਵੀ ਬੇਬੇ ਆਈ ਸੀ। ਬੇਬੇ ਬਾਰੇ ਸੁਣ ਕੇ ਜੀਤਾ ਹੈਰਾਨ ਹੋ ਗਿਆ ਤੇ ਪੁੱਛਣ ਲੱਗਾ ਕਿ ਬੇਬੇ ਜੀ ਸੱਚੀ ਤੇਰੇ ਕੋਲ ਆਏ ਸੀ ਤੇ ਉਹਨਾਂ ਨੇ ਕੀ ਕਿਹਾ, ਮੈਨੂੰ ਦੱਸ ਜਲਦੀ। ਬੇਬੇ ਜੀ ਕਹਿ ਰਹੇ ਸੀ ਕਿ ਆਪਣੇ ਘਰ ਤੋਂ ਸੱਜੇ ਪਾਸੇ 7 ਘਰ ਛੱਡ ਕੇ ਪਾਲੋ ਦਾ ਘਰ ਹੈ, ਜੋ ਬੇਬੇ ਜੀ ਦੀ ਹਰ ਗੱਲ ਮੰਨਦੇ ਸੀ। ਤੇ ਹੁਣ ਉਹਨਾਂ ਕਿਹਾ ਕਿ ਜਦੋਂ ਤੱਕ ਮੈਂ ਠੀਕ ਨਾ ਹੋ ਜਾਵਾਂ ਤੁਸੀਂ ਉਹਨਾਂ ਨੂੰ ਘਰ ਲੈ ਆਓ, ਤੇ ਉਹਨਾਂ ਦਾ ਵੀ ਇਸ ਧਰਤੀ ਤੇ ਕੋਈ ਨਹੀਂ ਹੈ, ਉਹ ਵੀ ਇਕੱਲੇ ਇਸ ਧਰਤੀ ਤੇ ਦੁੱਖ ਭੋਗ ਰਹੇ ਹਨ ਤੇ ਬੇਬੇ ਨੇ ਉਹਨਾਂ ਨੂੰ ਆਪਦੇ ਘਰ ਲਿਆਉਣ ਲਈ ਕਿਹਾ ਹੈ। ਜੀਤਾ ਇਹ ਸੁਣ ਕੇ ਉੱਥੋਂ ਭੱਜ ਗਿਆ ਤੇ ਆਪਣੇ ਘਰ ਤੋਂ ਸੱਜੇ ਪਾਸੇ 8ਵੇਂ ਘਰ ਵੜ ਗਿਆ ਤੇ ਅੰਦਰ ਦੇਖਿਆ ਇੱਕ ਮਾਸੂਮ ਬੁੱਢਾ ਚਿਹਰਾ ਵਿਹੜੇ ਵਿੱਚ ਝਾੜੂ ਫੜੀ ਖੜਾ ਸੀ। ਕੌਣ ਪੁੱਤ, ਐਸ ਬੂਹੇ ਤਾਂ ਕੋਈ ਭੁੱਲ ਕੇ ਵੀ ਨਹੀਂ ਪੈਰ ਪਾਉਂਦਾ, ਤੂੰ ਕੌਣ ਹੈ, ਅਭਾਗਨ ਦੇ ਘਰ ਵੜ ਗਿਆ, ਬੁੱਢੀ ਮਾਂ ਰੜਕਾ ਰੱਖਦੀ ਹੋਈ ਬੋਲੀ। ਬੇਬੇ ਜੀ, ਮੈਂ ਅਮਰ ਕੌਰ ਤੇ ਕਰਮ ਸਿੰਘ ਦਾ ਪੁੱਤਰ ਜੀਤਾ। ਬੇਬੇ ਨੇ ਜੀਤੇ ਨੂੰ ਭੱਜ ਕੇ ਜੱਫੀ ਪਾ ਲਈ ਤੇ ਰੋਣ ਲੱਗ ਪਈ। ਵੇ ਪੁੱਤ ਤੂੰ ਕਿੱਥੇ ਸੀ, ਮੈਂ ਤੇਰਾ ਇੰਤਜ਼ਾਰ ਕਰਦੀ ਸੀ। ਮੇਰੀ ਅਮਰੋ ਕਹਿ ਗਈ ਸੀ ਕਿ ਤੂੰ ਜੀਤੇ ਨੂੰ ਆਪਣੇ ਪੁੱਤਾਂ ਵਾਂਗ ਪਾਲਣਾ ਹੈ, ਪਰ ਤੂੰ ਤਾਂ ਪਤਾ ਨਹੀਂ ਕਿੱਧਰ ਲੁਕ ਗਿਆ ਸੀ। ਹੁਣ ਨਾ ਜਾਵੀਂ ਮੈਨੂੰ ਛੱਡ ਕੇ, ਨਹੀਂ ਅਮਰੋ ਨੇ ਮੈਨੂੰ ਮਾਫ ਨਹੀਂ ਕਰਨਾ। ਚੱਲ ਬੈਠ, ਮੈਂ ਤੇਰੇ ਲਈ ਦੁੱਧ ਗਰਮ ਕਰਦੀ ਹਾਂ। ਨਹੀਂ ਬੇਬੇ, ਤੁਸੀਂ ਮੇਰੇ ਨਾਲ ਆਪਣੇ ਘਰ ਚੱਲੋ, ਆਪਾਂ ਉੱਥੇ ਹੀ ਰਹਿਣਾ ਅੱਜ ਤੋਂ, ਤੇ ਉੱਥੇ ਕੋਈ ਉਡੀਕ ਕਰ ਰਿਹਾ ਹੈ ਤੇਰੀ। ਅੱਛਾ, ਹੋਰ ਵੀ ਹੈ ਕੋਈ, ਬਹੂ ਹੋਣੀ ਹੈ, ਚੱਲ ਚਲਦੀ ਆ ਨਾਲ ਤੇਰੇ, ਮੈਂ ਵੀ ਦੇਖਣਾ ਮੇਰੀ ਬਹੂ ਰਾਣੀ ਨੂੰ। ਪਾਲੋ ਗੱਲਾਂ ਕਰਦੀ ਹੋਈ ਅੱਗੇ ਤੁਰ ਪਈ। ਜੀਤਾ ਇੰਨੇ ਬੂਹੇ ਬੰਦ ਕਰਨ ਲੱਗਿਆ, ਪਰ ਪਾਲੋ ਇੰਨੀ ਖੁਸ਼ ਸੀ ਕਿ ਇਕੱਲੇ ਹੀ ਗੱਲਾਂ ਮਾਰਦੀ ਹੋਈ ਉੱਥੇ ਚਲੀ ਗਈ। ਜੀਤਾ ਬੂਹੇ ਬੰਦ ਕਰਦਾ ਪਿੱਛੇ ਰਹਿ ਗਿਆ ਘਰ ਨੂੰ। ਜਦੋਂ ਅਮਰੋ ਪਾਲੋ ਦੇ ਘਰ ਆਈ ਤਾਂ ਦੇਖਿਆ ਕਿ ਮੰਜੇ ਤੇ ਇੱਕ 22 ਸਾਲ ਦੀ ਮੁਟਿਆਰ, ਜੋ ਸੋਹਣੀ ਸੁਨੱਖੀ ਤੇ ਗੋਰੇ ਚਿੱਟੇ ਰੰਗ ਵਾਲੀ ਸੀ, ਮੰਜੇ ਤੇ ਬੈਠੀ ਸੀ। ਤਾਂ ਪਾਲੋ ਨੇ ਬਿਨਾਂ ਕੁਛ ਪੁੱਛੇ ਉਸਨੂੰ ਬੁੱਕਲ ਵਿੱਚ ਲੈ ਲਿਆ ਤੇ ਆਖਣ ਲੱਗੀ, ਕੁੜੇ ਮੇਰੀ ਬਹੂ ਰਾਣੀ ਤਾਂ ਬਹੁਤ ਸੋਹਣੀ ਆ, ਬਿਲਕੁਲ ਮੇਰੀ ਅਮਰੋ ਭੈਣ ਵਰਗੀ, ਬਹੁਤ ਸੋਹਣੀ ਪਸੰਦ ਆ ਜੀਤੇ ਦੀ। ਨਹੀਂ ਬੇਬੇ, ਮੈਂ ਜੀਤੇ ਦੀ ਬਹੂ ਨਹੀਂ ਐ, ਰਾਣੋ ਬੋਲੀ। ਧੀਏ ਝੂਠ ਨਾ ਬੋਲ, ਸੱਚ ਹੈ ਬੇਬੇ, ਮੈਂ ਤਾਂ ਇੱਕ ਵੇਸ਼ਵਾ ਸੀ ਜੋ ਉੱਥੋਂ ਭੱਜ ਆਈ ਤੇ ਭੱਜਦੀ ਨੂੰ ਰਾਹ ਵਿੱਚ ਜੀਤਾ ਮਿਲਿਆ ਤੇ ਹਨੇਰਾ ਹੋਣ ਕਾਰਨ ਉਹ ਮੈਨੂੰ ਘਰ ਲੈ ਆਇਆ ਤੇ ਇੱਥੇ ਮੈਂ ਬਿਮਾਰ ਹੋ ਗਈ ਤੇ ਰਾਤੀ ਮੈਨੂੰ ਜੀਤੇ ਦੇ ਬੇਬੇ ਜੀ ਦਿਖਾਈ ਦਿੱਤੇ, ਜਿਨ੍ਹਾਂ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਕਿ ਜੀਤਾ ਤੁਹਾਨੂੰ ਲੈ ਆਵੇ। ਧੀਏ ਹੁਣ ਤੂੰ ਕਿੱਥੇ ਜਾਣਾ, ਇੱਥੇ ਹੀ ਰਹਿ, ਪਾਲੋ ਬੋਲੀ। ਨਾ ਬੇਬੇ, ਮੈਂ ਤਾਂ ਇੱਕ ਕੋਠੇ 'ਚ ਕੰਮ ਕਰਨ ਵਾਲੀ ਆ, ਮੇਰੀ ਜ਼ਿੰਦਗੀ ਤਾਂ ਨਰਕ ਹੈ, ਹੁਣ ਮੈਨੂੰ ਤਾਂ ਜਾਣਾ ਹੀ ਪੈਣਾ। ਖੜੀ ਹੋ, ਰਾਣੋ ਬੋਲੀ। ਨਾ ਧੀਏ, ਇੰਜ ਨਾ ਕਹਿ, ਤੈਨੂੰ ਤਾਂ ਮੇਰੀ ਭੈਣ ਅਮਰੋ ਵੀ ਮਿਲੀ ਹੈ, ਬਹੁਤ ਸਾਲਾਂ ਬਾਅਦ ਇਹ ਘਰ ਖੁੱਲਿਆ ਹੈ, ਹੁਣ ਇਸ ਘਰ ਨੂੰ ਖੁੱਲਿਆ ਹੀ ਰਹਿਣ ਦੇ। ਪਾਲੋ, ਰਾਣੋ ਅੱਗੇ ਹੱਥ ਜੋੜਦੀ ਹੋਈ ਬੋਲੀ। ਰਾਣੋ ਇਹ ਸਭ ਦੇਖ ਕੇ ਹੈਰਾਨ ਹੋ ਗਈ ਤੇ ਸੋਚਣ ਲੱਗੀ ਕਿ ਜਿਹੜੀ ਦੁਨੀਆ ਮੈਨੂੰ ਲੋਕਾਂ ਦੀ ਰਜਾਈ ਗਰਮ ਕਰਨ ਵਾਲੀ ਸਮਝਦੀ ਹੈ, ਉਸ ਦੁਨੀਆ ਵਿੱਚ ਜੀਤੇ ਤੇ ਪਾਲੋ ਵਰਗੇ ਭਲੇ ਲੋਕ ਵੀ ਪਏ ਹਨ। ਰਾਣੋ ਇਹ ਸਭ ਸੁਣ ਕੇ ਉੱਚੀ ਉੱਚੀ ਰੋਣ ਲੱਗ ਪਈ, ਜਿਵੇਂ ਕਈ ਸਦੀਆਂ ਤੋਂ ਰੋਣਾ ਚਾਹੁੰਦੀ ਸੀ ਤੇ ਜਿਵੇਂ ਉਸਨੂੰ ਰੋਕ ਕੇ ਆਪਣਾ ਸਾਰਾ ਅੰਦਰ ਧੋ ਲਿਆ ਹੋਵੇ। ਇੰਨੇ ਨੂੰ ਜੀਤਾ ਆ ਗਿਆ ਤੇ ਰਾਣੋ ਨੂੰ ਰੋਂਦੀ ਦੇਖ ਕੇ ਉਸ ਆਪਣੇ ਸੀਨੇ ਨਾਲ ਲਾ ਲਿਆ ਤੇ ਕਹਿਣ ਲੱਗਾ ਕਿ ਚੁੱਪ ਕਰ ਜਾਵੇ। ਉਹ ਉਸ ਕੋਲੋਂ ਰੋਂਦੀ ਦੇਖੀ ਨਹੀਂ ਜਾਂਦੀ ਤੇ ਕਹਿਣ ਲੱਗਾ ਕਿ ਉਹ ਹੁਣ ਇੱਥੇ ਹੀ ਰਹੇਗੀ। ਰਾਣੋ ਵੀ ਜੀਤੇ ਦਾ ਪਿਆਰ ਦੇਖ ਕੇ ਉਸ ਕੋਲ ਰਹਿਣ ਲਈ ਰਾਜੀ ਹੋ ਗਈ। ਹਾਂ ਪੁੱਤ, ਮੈਂ ਵੀ ਇਸ ਨੂੰ ਇਹੀ ਸਮਝਾ ਰਹੀ ਸੀ ਕਿ ਇਹ ਹੁਣ ਇੱਥੇ ਹੀ ਰਹੇ। ਮੈਂ ਅੱਜ ਹੀ ਗੁਰਦੁਆਰਾ ਸਾਹਿਬ ਜਾ ਕੇ ਬਾਬਾ ਜੀ ਨੂੰ ਕਹਿੰਨੀ ਆ ਕਿ ਮੇਰੇ ਪੁੱਤ ਦੇ ਨੰਦ ਪੜ੍ਹ ਦਵੇ। ਇਹ ਕਹਿ ਕੇ ਪਾਲੋ ਗੁਰਦੁਆਰੇ ਚਲੀ ਗਈ।
ਬਾਬਾ ਜੀ ਨੇ ਦੋਹਾਂ ਦਾ ਕਾਰਜ ਪੂਰਾ ਕਰਦੇ ਹੋਏ ਦੋਹਾਂ ਦੇ ਭਲੇ ਦੀ ਅਰਦਾਸ ਕਰ ਦਿੱਤੀ। ਜੀਤੇ ਤੇ ਰਾਣੋ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਤੇ ਇੱਧਰ ਪਾਲੋ ਨੂੰ ਵੀ ਸੁੱਖ ਦੀ ਰੋਟੀ ਮਿਲਣ ਲੱਗ ਪਈ ਤੇ ਇਕੱਲਾਪਨ ਦੂਰ ਹੋ ਗਿਆ। ਪਾਲੋ ਨੂੰ ਉਸਦਾ ਪੁੱਤ ਤੇ ਧੀਆਂ ਵਰਗੀ ਨੂੰਹ ਮਿਲ ਗਈ। ਉਧਰ ਜੀਤੇ ਨੇ ਆਪਣੀ ਖੇਤੀ ਵੀ ਕਰਨੀ ਸ਼ੁਰੂ ਕਰ ਦਿੱਤੀ ਤੇ ਪਿੰਡ ਵਿੱਚ ਦੁਬਾਰਾ ਆਪਣੇ ਬਾਪੂ ਕਰਮ ਸਿੰਘ ਦਾ ਨਾਮ ਚਲਾ ਦਿੱਤਾ। ਹੁਣ ਵਿਆਹ ਨੂੰ ਪੂਰਾ 1 ਸਾਲ ਹੋ ਗਿਆ ਸੀ ਤੇ ਰਾਣੋ ਦੀ ਕੁੱਖ ਵੀ ਹਰੀ ਹੋ ਗਈ ਸੀ ਤੇ ਕੁਝ ਦਿਨਾਂ ਬਾਅਦ ਰਾਣੋ ਦੇ ਘਰ ਇੱਕ ਬੱਚੇ ਨੇ ਜਨਮ ਲੈ ਲਿਆ ਸੀ। ਪਾਲੋ ਰਾਣੋ ਦੇ ਹੋਏ ਬੱਚੇ ਦੇ ਲੱਡੂ ਸਾਰੇ ਪਿੰਡ ਵਿੱਚ ਵੰਡਦੀ ਫਿਰ ਰਹੀ ਸੀ। ਧੰਨਵਾਦ ਜੀ।